ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਮੈਂ ਤੁਹਾਡੀ ਪੰਜਾਬੀ ਦੀ ਅਧਿਆਪਕਾ ਸੀਮਾ ਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਛਾਪੀ ਗਈ ਪੰਜਾਬੀ ਪੁਸਤਕ 7ਵੀਂ ਜਮਾਤ ਦੂਜੀ ਭਾਸ਼ਾ ਦਾ 5ਵਾਂ ਪਾਠ ਕਾਬਲੀਵਾਲਾ। ਇਸ ਦੇ ਲੇਖਕ ਨੇ ਰਵਿੰਦਰਨਾਥ ਟੈਗੋਰ। ਗੁਰੂਦੇਵ ਰਵਿੰਦਰਨਾਥ ਟੈਗੋਰ ਜੀ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ। ਉਹਨਾਂ ਨੇ ਪ੍ਰਸਿੱਧ ਕਿਤਾਬ ਗੀਤਾਂਜਲੀ ਲਿਖੀ ਹੈ ਤੇ ਇਹਨਾਂ ਦੇ ਦੁਆਰਾ ਹੀ ਲਿਖਿਆ ਗਿਆ ਹੈ ਆਪਣਾ ਰਾਸ਼ਟਰੀ ਗਾਨ ਜਨ ਗਣ ਮਨ। ਆਓ ਆਪਾਂ ਇਸ ਕਹਾਣੀ ਨੂੰ ਆਰੰਭ ਕਰਦੇ ਹਾਂ ਤੇ ਇਸ ਤੋਂ ਪਹਿਲੇ ਤੁਸੀਂ ਇਹ ਜਾਣ ਲਓ ਕਿ ਇਹ ਕਹਾਣੀ ਜਿਹੜੀ ਹੈ ਇਹ ਬੰਗਲਾ ਭਾਸ਼ਾ ਦੇ ਵਿੱਚ ਲਿਖੀ ਗਈ ਸੀ। ਬਾਅਦ ਦੇ ਵਿੱਚ ਇਸ ਦਾ ਅਨੁਵਾਦ ਪੰਜਾਬੀ ਦੇ ਵਿੱਚ ਕੀਤਾ ਗਿਆ ਹੈ। ਆਓ ਬੱਚਿਓ ਆਪਾਂ ਇਸ ਕਹਾਣੀ ਨੂੰ ਪੜ੍ਹਨਾ ਸ਼ੁਰੂ ਕਰੀਏ। ਮੇਰੀ 5 ਕੁ ਸਾਲ ਦੀ ਛੋਟੀ ਬੇਟੀ ਮਿੰਨੀ ਪਲ ਭਰ ਵੀ ਚੁੱਪ ਨਹੀਂ ਬੈਠ ਸਕਦੀ। ਹੁਣ ਦੇਖੋ ਬੱਚਿਓ, ਇਹ ਜਿਹੜੀ ਕਹਾਣੀ ਲਿਖੀ ਗਈ ਹੈ ਇਹ ਲੇਖਕ ਨੇ ਆਪਣੇ ਜੀਵਨ ਨਾਲ ਸੰਬੰਧਿਤ ਲਿਖੀ ਹੈ। ਉਹ ਕਹਿੰਦਾ ਹੈ ਕਿ ਮੇਰੀ ਜਿਹੜੀ ਬੇਟੀ ਹੈ ਮਿੰਨੀ ਉਹ 5 ਸਾਲਾਂ ਦੀ ਹੈ। ਅੱਗੇ ਦੇਖੋ, ਇੱਕ ਦਿਨ ਸਵੇਰੇ ਸਵੇਰੇ ਕਹਿਣ ਲੱਗੀ, ਬਾਬੂ ਜੀ ਰਾਮ ਦਇਆਲ ਦਰਬਾਰ ਨੇ ਨਾ ਉਹ ਕਾਗ ਨੂੰ ਕਾਂ ਕਹਿੰਦਾ ਏ। ਉਹਨੂੰ ਕੁਝ ਪਤਾ ਹੀ ਨਹੀਂ ਬਾਬੂ ਜੀ। ਮੇਰੇ ਕਹਿਣ ਤੋਂ ਪਹਿਲਾਂ ਹੀ ਉਹ ਦੂਜੀ ਗੱਲ ਛੇੜ ਬੈਂਦੀ। ਵੇਖੋ ਬਾਬੂ ਜੀ, ਭੋਲਾ ਕਹਿੰਦਾ ਹੈ ਅਸਮਾਨ ਵਿੱਚ ਹਾਥੀ ਸੂੰਡ ਨਾਲ ਪਾਣੀ ਸੁੱਟਦਾ ਹੈ, ਇਸ ਕਰਕੇ ਮੀਂਹ ਪੈਂਦਾ ਹੈ। ਦੱਸੋ ਬਾਬੂ ਜੀ, ਭੋਲਾ ਝੂਠ ਬੋਲਦਾ ਹੈ ਨਾ। ਇੰਨਾ ਕਹਿ ਕੇ ਉਹ ਖੇਡਣ ਲੱਗ ਪਈ। ਮੇਰੇ ਘਰ ਸੜਕ ਦੇ ਕੰਢੇ ਤੇ ਹੈ। ਇੱਕ ਦਿਨ ਮਿੰਨੀ ਮੇਰੇ ਕਮਰੇ ਵਿੱਚ ਖੇਡ ਰਹੀ ਸੀ। ਅਚਾਨਕ ਖੇਡ ਛੱਡ ਕੇ ਖਿੜਕੀ ਵੱਲ ਦੌੜ ਗਈ ਅਤੇ ਬੜੇ ਜ਼ੋਰ ਨਾਲ ਚੀਕਣ ਲੱਗੀ, ਕਾਬਲੀ ਵਾਲੇ, ਓ ਕਾਬਲੀ ਵਾਲੇ। ਮੋਢੇ ਤੇ ਮੇਵਿਆਂ ਦੀ ਬੋਰੀ ਲਟਕਾਈ, ਹੱਥ ਵਿੱਚ ਅੰਗੂਰਾਂ ਦੀ ਟੋਕਰੀ ਫੜੀ, ਇੱਕ ਉੱਚਾ ਲੰਮਾ ਕਾਬਲੀ ਵਾਲਾ ਧੀਮੀ ਚਾਲ ਵਿੱਚ ਸੜਕ ਤੇ ਜਾ ਰਿਹਾ ਸੀ। ਜਿਵੇਂ ਹੀ ਉਹ ਸਾਡੇ ਘਰ ਵੱਲ ਮੁੜਿਆ, ਮਿੰਨੀ ਡਰ ਕੇ ਅੰਦਰ ਭੱਜ ਗਈ। ਉਹ ਡਰ ਗਈ ਕਿ ਕਿਧਰੇ ਉਹ ਉਸਨੂੰ ਫੜ ਕੇ ਨਾ ਲੈ ਜਾਵੇ। ਉਸਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ਕਾਬਲੀ ਵਾਲੇ ਦੀ ਬੋਰੀ ਖੋਲ੍ਹਣ ਤੇ ਵਿੱਚੋਂ 2-4 ਬੱਚੇ ਨਿਕਲ ਸਕਦੇ ਹਨ। ਕਾਬਲੀ ਵਾਲੇ ਨੇ ਮੁਸਕਰਾ ਕੇ ਮੈਨੂੰ ਸਲਾਮ ਕੀਤੀ। ਮੈਂ ਉਸ ਤੋਂ ਕੁਝ ਸੌਦਾ ਖਰੀਦਿਆ। ਫਿਰ ਉਹ ਪੁੱਛਣ ਲੱਗਾ, ਬਾਬੂ ਜੀ ਤੁਹਾਡੀ ਬੱਚੀ ਕਿੱਥੇ ਹੈ? ਮੈਂ ਮਿੰਨੀ ਦਾ ਡਰ ਕੱਢਣ ਖਾਤਰ ਮਿੰਨੀ ਨੂੰ ਆਵਾਜ਼ ਦੇ ਕੇ ਬੁਲਾਇਆ। ਕਾਬਲੀ ਵਾਲਾ ਬੋਰੀ ਵਿੱਚੋਂ ਬਦਾਮ ਕਿਸ਼ਮਿਸ਼ ਕੱਢ ਕੇ ਮਿੰਨੀ ਨੂੰ ਦੇਣ ਲੱਗਾ, ਪਰ ਮਿੰਨੀ ਨੇ ਕੁਝ ਵੀ ਨਹੀਂ ਲਿਆ। ਡਰ ਨਾਲੋਂ ਮੇਰੀਆਂ ਲੱਤਾਂ ਨਾਲ ਚਿੰਬੜ ਗਈ। ਕਾਬਲੀ ਵਾਲੇ ਨਾਲ ਮਿੰਨੀ ਦੀ ਇਹ ਪਹਿਲੀ ਜਾਣ ਪਛਾਣ ਇਸ ਤਰ੍ਹਾਂ ਹੋਈ। ਕੁਝ ਦਿਨ ਬਾਅਦ ਮੈਂ ਕਿਸੇ ਜ਼ਰੂਰੀ ਕੰਮ ਕਰਕੇ ਬਾਹਰ ਜਾ ਰਿਹਾ ਸੀ ਕਿ ਦੇਖਦਾ ਹਾਂ ਕਿ ਮਿੰਨੀ ਕਾਬਲੀ ਵਾਲੇ ਨਾਲ ਪਟਾਕ ਗੱਲਾਂ ਮਾਰ ਰਹੀ ਹੈ। ਦੇਖੋ ਬੱਚਿਓ, ਬੱਚਿਆਂ ਦਾ ਡਰ ਜਿੱਦਾਂ ਹੈ ਹੌਲੀ ਹੌਲੀ ਉਹ ਖਤਮ ਹੋ ਜਾਂਦਾ ਹੈ। ਜਦ ਕੋਈ ਉਸਨੂੰ ਆਪਣਾਪਨ ਦਿੰਦਾ ਹੈ ਤਾਂ ਬੱਚੇ ਜਿਹੜੇ ਨੇ ਉਹਦੇ ਨਾਲ ਉਸੇ ਤਰ੍ਹਾਂ ਹੀ ਗੱਲਾਂ ਮਾਰਦੇ ਹਨ ਜਿਸ ਤਰ੍ਹਾਂ ਉਸਨੂੰ ਬਹੁਤ ਸਦੀਆਂ ਤੋਂ ਜਾਣਦੇ ਹੋਣ। ਇਸੇ ਤਰ੍ਹਾਂ ਹੀ ਮਿੰਨੀ ਜਿਹੜੀ ਹੈ, ਮਿੰਨੀ ਦਾ ਬਾਲ ਮਨ ਵੀ ਕਾਬਲੀ ਵਾਲੇ ਨੂੰ ਸਵੀਕਾਰ ਕਰ ਲੈਂਦਾ ਹੈ ਤੇ ਉਹ ਉਸ ਨਾਲ ਗੱਲਾਂ ਮਾਰਨ ਲੱਗ ਜਾਂਦੀ ਹੈ ਅਤੇ ਕਾਬਲੀ ਵਾਲਾ ਮੁਸਕਰਾਉਂਦਾ ਹੋਇਆ ਸੁਣ ਰਿਹਾ ਹੈ। ਮਿੰਨੀ ਦੀ ਝੋਲੀ ਬਦਾਮਾਂ ਅਤੇ ਕਿਸ਼ਮਿਸ਼ ਨਾਲ ਭਰੀ ਹੋਈ ਸੀ। ਮੈਂ ਕਾਬਲੀ ਵਾਲੇ ਨੂੰ ਇੱਕ ਅਠਿਆਨੀ ਦਿੰਦੇ ਹੋਏ ਕਿਹਾ, ਇਸ ਨੂੰ ਇਹ ਸਭ ਕੁਝ ਕਿਉਂ ਦਿੱਤਾ? ਅੱਗੋਂ ਤੋਂ ਨਾ ਦੇਣਾ। ਇੰਨਾ ਕਹਿ ਕੇ ਮੈਂ ਚਲਾ ਗਿਆ। ਕੁਝ ਦੇਰ ਤੱਕ ਕਾਬਲੀ ਵਾਲਾ ਮਿੰਨੀ ਨਾਲ ਗੱਲਾਂ ਕਰਦਾ ਰਿਹਾ। ਜਾਂਦਿਆਂ ਹੋਇਆਂ ਉਹ ਅਠਿਆਨੀ ਉਹ ਮਿੰਨੀ ਦੀ ਝੋਲੀ ਵਿੱਚ ਸੁੱਟ ਗਿਆ। ਜਦੋਂ ਮੈਂ ਘਰ ਵਾਪਸ ਆਇਆ ਤਾਂ ਦੇਖਿਆ ਕਿ ਮਿੰਨੀ ਦੀ ਮਾਂ ਉਸ ਨੂੰ ਕਾਬਲੀ ਵਾਲੇ ਤੋਂ ਅਠਿਆਨੀ ਲੈਣ ਕਰਕੇ ਡਾਂਟ ਰਹੀ ਸੀ। ਕਾਬਲੀ ਵਾਲਾ ਹਰ ਰੋਜ਼ ਆਉਂਦਾ ਰਿਹਾ। ਉਸਨੇ ਕਿਸ਼ਮਿਸ਼ ਬਦਾਮ ਦੇ ਕੇ ਮਿੰਨੀ ਦੇ ਛੋਟੇ ਜਿਹੇ ਦਿਲ ਤੇ ਕਬਜ਼ਾ ਕਰ ਲਿਆ ਸੀ।
ਦੋਵੇਂ ਦੇਰ ਤੱਕ ਗੱਲਾਂ ਕਰਦੇ, ਜ਼ੋਰ-ਜ਼ੋਰ ਨਾਲ ਹੱਸਦੇ। ਰਹਿਮਤ ਕਾਬਲੀ ਵਾਲੇ ਨੂੰ ਦੇਖਦਿਆਂ ਹੀ ਮੇਰੀ ਬੱਚੀ ਹੱਸਦੀ ਹੋਈ ਪੁੱਛਦੀ, ਕਾਬਲੀ ਵਾਲੇ, ਉਹ ਕਾਬਲੀ ਵਾਲੇ, ਤੇਰੀ ਬੋਰੀ ਵਿੱਚ ਕੀ ਹੈ? ਦੇਖੋ ਬੱਚਿਓ, ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਕਾਬਲੀ ਵਾਲੇ ਦਾ ਜਿਹੜਾ ਨਾਮ ਹੈ ਉਹ ਰਹਿਮਤ ਹੈ। ਰਹਿਮਤ ਹੱਸਦਾ ਹੋਇਆ ਕਹਿੰਦਾ, ਹਾਥੀ। ਫਿਰ ਮਿੰਨੀ ਨੂੰ ਪੁੱਛਦਾ, ਤੂੰ ਸਹੁਰੇ ਕਦੋਂ ਜਾਵੇਂਗੀ? ਉਲਟਾ ਮਿੰਨੀ ਰਹਿਮਤ ਨੂੰ ਪੁੱਛਦੀ, ਤੂੰ ਸਹੁਰੇ ਕਦੋਂ ਜਾਵੇਂਗਾ? ਰਹਿਮਤ ਆਪਣਾ ਮੁੱਕਾ ਘੁਮਾ ਕੇ ਕਹਿੰਦਾ, ਮੈਂ ਸਹੁਰੇ ਨੂੰ ਮਾਰਾਂਗਾ। ਉਸਦੀ ਇਹ ਗੱਲ ਸੁਣ ਕੇ ਮਿੰਨੀ ਬਹੁਤ ਹੱਸਦੀ। ਹਰ ਸਾਲ ਸਰਦੀਆਂ ਦੇ ਅੰਤ ਵਿੱਚ ਕਾਬਲੀ ਵਾਲਾ ਆਪਣੇ ਦੇਸ਼ ਚਲਿਆ ਜਾਂਦਾ। ਜਾਣ ਤੋਂ ਪਹਿਲਾਂ ਉਹ ਸਭ ਲੋਕਾਂ ਤੋਂ ਪੈਸੇ ਉਗਰਾਉਣ ਤੇ ਲੱਗਿਆ ਰਹਿੰਦਾ। ਪੈਸੇ ਉਗਰਾਉਣ ਮਤਲਬ ਪੈਸੇ ਇਕੱਠੇ ਕਰਨ ਦੇ ਲਈ ਜਾਂਦਾ ਸੀ, ਜਿਨ੍ਹਾਂ ਨੂੰ ਉਹ ਸੌਦਾ ਉਧਾਰ ਦਿੰਦਾ ਸੀ। ਉਸ ਨੂੰ ਘਰ ਘਰ ਜਾਣਾ ਪੈਂਦਾ। ਫਿਰ ਵੀ ਉਹ ਦਿਨ ਵਿੱਚ ਇੱਕ ਵਾਰ ਮਿੰਨੀ ਨੂੰ ਜ਼ਰੂਰ ਮਿਲਣ ਆਉਂਦਾ। ਇੱਕ ਦਿਨ ਸਵੇਰੇ ਮੈਂ ਆਪਣੇ ਕਮਰੇ ਵਿੱਚ ਬੈਠਾ ਕੋਈ ਕੰਮ ਕਰ ਰਿਹਾ ਸੀ ਕਿ ਬਾਹਰ ਸੜਕ ਤੇ ਸ਼ੋਰ ਸੁਣਾਈ ਦਿੱਤਾ। ਦੇਖਿਆ ਕਿ ਰਹਿਮਤ ਨੂੰ 2 ਸਿਪਾਹੀ ਬੰਨ੍ਹ ਕੇ ਲਈ ਜਾ ਰਹੇ ਸਨ। ਰਹਿਮਤ ਦੇ ਕੁੜਤੇ ਤੇ ਲਹੂ ਦੇ ਦਾਗ ਲੱਗੇ ਹੋਏ ਸਨ। ਸਿਪਾਹੀ ਦੇ ਹੱਥ ਵਿੱਚ ਲਹੂ ਨਾਲ ਲਿਬੜਿਆ ਹੋਇਆ ਛੁਰਾ ਸੀ। ਕੁਝ ਸਿਪਾਹੀ ਤੋਂ ਅਤੇ ਕੁਝ ਰਹਿਮਤ ਦੇ ਮੂੰਹੋਂ ਸੁਣਿਆ ਕਿ ਸਾਡੇ ਗੁਆਂਢ ਵਿੱਚ ਰਹਿ ਰਹੇ ਇੱਕ ਆਦਮੀ ਨੇ ਰਹਿਮਤ ਤੋਂ ਇੱਕ ਚਾਦਰ ਖਰੀਦੀ ਸੀ। ਉਸ ਵੱਲ ਕੁਝ ਪੈਸੇ ਰਹਿਮਤ ਦੇ ਉਧਾਰੇ ਰਹਿੰਦੇ ਸਨ, ਜਿਨ੍ਹਾਂ ਨੂੰ ਮੋੜਨ ਤੋਂ ਉਸਨੇ ਨਾ ਕਰ ਦਿੱਤੀ ਸੀ। ਦੋਹਾਂ ਦਾ ਇਸ ਗੱਲ ਤੇ ਝਗੜਾ ਹੋ ਗਿਆ ਤੇ ਕਾਬਲੀ ਵਾਲੇ ਨੇ ਉਸ ਨੂੰ ਛੁਰਾ ਮਾਰ ਦਿੱਤਾ। ਇੰਨੇ ਨੂੰ ਕਾਬਲੀ ਵਾਲੇ ਕਹਿੰਦੀ ਹੋਈ ਮਿੰਨੀ ਬਾਹਰ ਆ ਗਈ। ਰਹਿਮਤ ਦਾ ਚਿਹਰਾ ਪਲ ਭਰ ਲਈ ਖਿੜ ਗਿਆ। ਮਿੰਨੀ ਦੇ ਆਉਂਦਿਆਂ ਹੀ ਉਸ ਨੇ ਪੁੱਛਿਆ, ਤੂੰ ਸਹੁਰੇ ਜਾਵੇਂਗਾ? ਰਹਿਮਤ ਨੇ ਹੱਸ ਕੇ ਕਿਹਾ, ਉੱਥੇ ਹੀ ਤਾਂ ਜਾ ਰਿਹਾ ਹਾਂ। ਰਹਿਮਤ ਨੂੰ ਲੱਗਿਆ ਕਿ ਉਸ ਦੇ ਉੱਤਰ ਨਾਲ ਮਿੰਨੀ ਖੁਸ਼ ਨਹੀਂ ਹੋਈ ਤਾਂ ਉਸਨੇ ਮੁੱਕਾ ਦਿਖਾ ਕੇ ਕਿਹਾ, ਸਹੁਰੇ ਨੂੰ ਮਾਰ ਦਿੰਦਾ, ਪਰ ਕੀ ਕਰਾਂ, ਮੇਰੇ ਹੱਥ ਬੰਨੇ ਹੋਏ ਹਨ। ਛੁਰਾ ਮਾਰਨ ਦੇ ਅਪਰਾਧ ਵਿੱਚ ਰਹਿਮਤ ਨੂੰ ਕਈ ਸਾਲਾਂ ਦੀ ਸਜ਼ਾ ਹੋਈ। ਕਾਬਲੀ ਵਾਲੇ ਵੱਲੋਂ ਮਿੰਨੀ ਦਾ ਧਿਆਨ ਹੌਲੀ-ਹੌਲੀ ਹਟ ਗਿਆ ਤੇ ਉਹ ਉਸ ਨੂੰ ਭੁੱਲ ਗਈ। ਕਈ ਸਾਲ ਲੰਘ ਗਏ। ਅੱਜ ਮੇਰੀ ਮਿੰਨੀ ਦਾ ਵਿਆਹ ਹੈ। ਲੋਕ ਆ ਜਾ ਰਹੇ ਸਨ। ਮੈਂ ਆਪਣੇ ਕਮਰੇ ਵਿੱਚ ਬੈਠਾ ਖਰਚੇ ਦਾ ਹਿਸਾਬ ਲਿਖ ਰਿਹਾ ਸਾਂ ਕਿ ਦੇਖਦਾ ਹਾਂ ਕਿ ਰਹਿਮਤ ਸਾਹਮਣੇ ਖੜਾ ਸਲਾਮ ਕਰ ਰਿਹਾ ਹੈ। ਪਹਿਲਾਂ ਤਾਂ ਮੈਂ ਉਸ ਨੂੰ ਪਛਾਣ ਨਾ ਸਕਿਆ। ਉਸ ਕੋਲ ਨਾ ਤਾਂ ਬੋਰੀ ਅਤੇ ਨਾ ਹੀ ਚਿਹਰੇ ਉੱਤੇ ਪਹਿਲਾਂ ਵਰਗੀ ਖੁਸ਼ੀ ਸੀ। ਬੜੇ ਗੌਰ ਨਾਲ ਦੇਖ ਕੇ ਪਤਾ ਚੱਲਿਆ ਕਿ ਉਹ ਰਹਿਮਤ ਹੈ। ਮੈਂ ਪੁੱਛਿਆ, ਕਿਉਂ ਰਹਿਮਤ, ਕਦੋਂ ਆਇਆ ਹੈ? ਕੱਲ੍ਹ ਹੀ ਸ਼ਾਮ ਜੇਲ੍ਹ ਤੋਂ ਛੁੱਟਿਆ ਹਾਂ, ਉਸਨੇ ਦੱਸਿਆ। ਮੈਂ ਉਸ ਨੂੰ ਕਿਹਾ, ਅੱਜ ਮੇਰੇ ਘਰ ਵਿੱਚ ਇੱਕ ਜ਼ਰੂਰੀ ਕੰਮ ਹੈ। ਮੈਂ ਉਸ ਵਿੱਚ ਬਹੁਤ ਰੁੱਝਿਆ ਹੋਇਆ ਹਾਂ। ਅੱਜ ਤੂੰ ਚਲਾ ਜਾ, ਫਿਰ ਕਦੇ ਆਈ। ਉਹ ਉਦਾਸ ਹੋ ਕੇ ਜਾਣ ਲੱਗਿਆ, ਪਰ ਦਰਵਾਜ਼ੇ ਕੋਲ ਰੁਕ ਕੇ ਕੁਝ ਝਿਜਕਦਾ ਹੋਇਆ ਜਿਹਾ ਬੋਲਿਆ, ਕੀ ਮੈਂ ਜ਼ਰਾ ਬੱਚੀ ਨੂੰ ਨਹੀਂ ਦੇਖ ਸਕਦਾ? ਸ਼ਾਇਦ ਉਸਨੂੰ ਯਕੀਨ ਸੀ ਕਿ ਮਿੰਨੀ ਹੁਣ ਵੀ ਪਹਿਲਾਂ ਵਰਗੀ ਨਿੱਕੀ ਜਿਹੀ ਬੱਚੀ ਹੀ ਹੈ। ਉਹ ਪਹਿਲਾਂ ਵਾਂਗ ਹੀ ਕਾਬਲੀ ਵਾਲੇ ਪੁਕਾਰਦੀ ਭੱਜੀ ਆਵੇਗੀ। ਉਹਨਾਂ ਦੋਹਾਂ ਦੇ ਪੁਰਾਣੇ ਹਾਸੇ ਅਤੇ ਗੱਲਬਾਤ ਵਿੱਚ ਕੋਈ ਝਿਜਕ ਰੁਕਾਵਟ ਨਹੀਂ ਆਵੇਗੀ। ਮੈਂ ਉਸ ਨੂੰ ਕਿਹਾ, ਰਹਿਮਤ, ਅੱਜ ਘਰ ਵਿੱਚ ਬਹੁਤ ਕੰਮ ਹੈ। ਅੱਜ ਤੂੰ ਉਸ ਨੂੰ ਨਹੀਂ ਮਿਲ ਸਕੇਗਾ। ਉਹ ਕੁਝ ਉਦਾਸ ਹੋ ਗਿਆ ਅਤੇ ਸਲਾਮ ਕਰਕੇ ਦਰਵਾਜ਼ੇ ਵਿੱਚੋਂ ਬਾਹਰ ਨਿਕਲ ਗਿਆ। ਮੈਂ ਸੋਚ ਹੀ ਰਿਹਾ ਸਾਂ ਕਿ ਉਸ ਨੂੰ ਵਾਪਸ ਬੁਲਾਵਾਂ। ਇੰਨੇ ਨੂੰ ਉਹ ਆਪ ਹੀ ਵਾਪਸ ਮੁੜ ਆਇਆ ਤੇ ਬੋਲਿਆ, ਇਹ ਥੋੜਾ ਜਿਹਾ ਮੇਵਾ ਬੱਚੀ ਲਈ ਲਿਆਇਆ ਸਾਂ, ਉਸ ਨੂੰ ਦੇ ਦੇਣਾ। ਮੈਂ ਉਸ ਨੂੰ ਪੈਸੇ ਦੇਣੇ ਚਾਹੇ, ਪਰ ਉਹਨੇ ਕਿਹਾ, ਮਿਹਰਬਾਨੀ ਬਾਬੂ ਸਾਹਿਬ, ਪੈਸੇ ਰਹਿਣ ਦਿਓ।
ਫਿਰ ਥੋੜਾ ਰੁਕ ਕੇ ਬੋਲਿਆ, ਤੁਹਾਡੀ ਬੱਚੀ ਵਰਗੀ ਮੇਰੀ ਵੀ ਇੱਕ ਬੱਚੀ ਹੈ। ਉਸ ਨੂੰ ਯਾਦ ਕਰਕੇ ਹੀ ਮੈਂ ਤੁਹਾਡੀ ਬੱਚੀ ਲਈ ਥੋੜਾ ਜਿੰਨਾ ਮੇਵਾ ਲਿਆਇਆ ਕਰਦਾ ਸਾਂ, ਸੌਦਾ ਵੇਚਣ ਲਈ ਨਹੀਂ ਸੀ ਆਇਆ ਕਰਦਾ। ਤਾਂ ਬੱਚਿਓ, ਇੱਥੋਂ ਪਤਾ ਲੱਗਦਾ ਹੈ ਕਿ ਰਹਿਮਤ ਕਾਬਲੀ ਵਾਲਾ ਜਿਹੜਾ ਹੈ ਉਹ ਆਪਣੀ ਬੱਚੀ ਦੀ ਯਾਦ ਦੇ ਵਿੱਚ ਹੀ ਲੇਖਕ ਦੀ ਬੱਚੀ ਨੂੰ ਮਿਲਣ ਦੇ ਲਈ ਆਂਦਾ ਸੀ। ਉਸਦੀ ਆਪਣੀ ਵੀ ਮਿੰਨੀ ਜਿੰਨੀ ਛੋਟੀ ਜਿਹੀ ਬੱਚੀ ਸੀ। ਉਹਨੇ ਆਪਣੀ ਜੇਬ ਵਿੱਚ ਹੱਥ ਪਾ ਕੇ ਕਾਗਜ਼ ਦਾ ਇੱਕ ਟੁਕੜਾ ਕੱਢਿਆ ਤੇ ਮੇਰੇ ਵੱਲ ਵਧਾਇਆ। ਮੈਂ ਕੀ ਦੇਖਦਾ ਹਾਂ ਕਿ ਕਾਗਜ਼ ਦੇ ਇਸ ਨਿੱਕੇ ਜਿਹੇ ਟੁਕੜੇ ਉੱਤੇ ਦੋ ਨਿੱਕੇ ਨਿੱਕੇ ਹੱਥਾਂ ਦੀ ਛਾਪ ਹੈ। ਹੱਥਾਂ ਤੇ ਕਾਲਖ ਲਾ ਕੇ ਕਾਗਜ਼ ਉੱਤੇ ਉਹਨਾਂ ਦੇ ਨਿਸ਼ਾਨ ਲਏ ਗਏ ਸਨ। ਆਪਣੀ ਬੱਚੀ ਦੀ ਇਸ ਯਾਦ ਨੂੰ ਸੀਨੇ ਨਾਲ ਲਾ ਕੇ ਰਹਿਮਤ ਹਰ ਸਾਲ ਕਲਕੱਤੇ ਦੀਆਂ ਗਲੀਆਂ ਵਿੱਚ ਸੌਦਾ ਵੇਚਣ ਆਉਂਦਾ ਸੀ। ਇੱਥੋਂ ਪਤਾ ਲੱਗਦਾ ਹੈ ਕਿ ਰਹਿਮਤ ਜਿਹੜਾ ਹੈ ਬੜਾ ਹੀ ਇਮੋਸ਼ਨਲ ਹੈ ਆਪਣੀ ਬੱਚੀ ਨੂੰ ਲੈ ਕੇ, ਤੇ ਉਸਨੇ ਆਪਣੀ ਬੱਚੀ ਦੀ ਨਿਸ਼ਾਨੀ, ਉਸਦੇ ਹੱਥਾਂ ਦੇ ਨਿਸ਼ਾਨ ਆਪਣੀ ਜੇਬ ਦੇ ਵਿੱਚ ਰੱਖੇ ਹੋਏ ਸਨ ਤੇ ਉਹੀ ਉਹ ਲੇਖਕ ਨੂੰ ਦਿਖਾਉਂਦਾ ਹੈ। ਇਹ ਦੇਖ ਕੇ ਮੇਰੀਆਂ ਅੱਖਾਂ ਵਿੱਚ ਪਾਣੀ ਨਾਲ ਭਰ ਗਈਆਂ। ਲੇਖਕ ਕਹਿੰਦਾ ਹੈ ਕਿ ਜਦੋਂ ਉਹਨੇ ਛਾਪ ਦੇਖੇ ਬੱਚੀ ਦੇ ਹੱਥਾਂ ਦੇ ਤਾਂ ਉਸਦੀ ਅੱਖਾਂ 'ਚ ਪਾਣੀ ਆ ਗਿਆ। ਸਭ ਕੁਝ ਭੁੱਲ ਕੇ ਮੈਂ ਉਸੇ ਵੇਲੇ ਮਿੰਨੀ ਨੂੰ ਬਾਹਰ ਬੁਲਾਇਆ। ਵਿਆਹ ਵਾਲੇ ਵੇਲੇ ਦੀ ਪੂਰੀ ਪੁਸ਼ਾਕ ਪਾਈ ਅਤੇ ਗਹਿਣਿਆਂ ਨਾਲ ਸੱਜੀ ਮਿੰਨੀ ਮੇਰੇ ਕੋਲ ਆ ਕੇ ਖੜ ਗਈ। ਉਸਨੂੰ ਦੇਖ ਕੇ ਪਹਿਲਾਂ ਤਾਂ ਰਹਿਮਤ ਕਾਬਲੀ ਵਾਲਾ ਹੱਕਾ ਬੱਕਾ ਰਹਿ ਗਿਆ। क्यों हक्का बक्का रह गया ना बेटा? एक मुहावरा है, मतलब हैरान रह जाना, क्योंकि उसने सोचा नहीं सी कि मिन्नी इन्नी वड्डी हो गई होएगी। अगे देखो, किन्ना ही चिर उस तो पहला वांग कोई गल ना हो सकी। फिर थोड़े चिर बाद हस के बोलिया, चली सस दे घर जा रही है। मिन्नी हुण सस दा मतलब समझदी सी। संग नाल उसका चेहरा लाल हो गया। संग नाल भाव की शर्म नाल उसका चेहरा जिहड़ा सी वो लाल हो गया। मिन्नी दे जाण तो बाद एक हौका भर के रहमत पुंजे ही बैठ गया। पुंजे बैठ गया भाव की जमीन ते बैठ गया। शायद इस घड़ी ਉਹ ਸੋਚ ਰਿਹਾ ਸੀ ਕਿ ਉਸਦੀ ਬੱਚੀ ਵੀ ਇੰਨੇ ਚਿਰ ਵਿੱਚ ਮਿੰਨੀ ਜੇਡੀ ਹੀ ਹੋ ਗਈ ਹੋਵੇਗੀ। ਰੱਬ ਜਾਣੇ ਇਹਨਾਂ 8 ਸਾਲਾਂ ਵਿੱਚ ਉਸ 'ਤੇ ਕੀ ਬੀਤੀ ਹੋਵੇਗੀ। ਉਹ ਉਸਦੀ ਯਾਦ ਵਿੱਚ ਗੁੰਮ ਹੋ ਗਿਆ। ਮੈਂ ਕੁਝ ਰੁਪਈਏ ਕੱਢ ਕੇ ਉਸਦੇ ਹੱਥ 'ਤੇ ਰੱਖ ਦਿੱਤੇ ਤੇ ਕਿਹਾ, ਜਾ ਰਹਿਮਤ, ਹੁਣ ਤੂੰ ਵੀ ਆਪਣੀ ਬੱਚੀ ਕੋਲ ਆਪਣੇ ਦੇਸ਼ ਚਲਾ ਜਾ। ਤਾਂ ਇਹ ਸੀ ਕਹਾਣੀ ਬੱਚਿਓ, ਕਾਬਲੀ ਵਾਲਾ। ਆਪਾਂ ਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਪਲ ਭਰ ਦਾ ਜਿਹੜਾ ਗੁੱਸਾ ਹੈ ਮਨੁੱਖ ਨੂੰ ਕੁਝ ਵੀ ਕਰਵਾ ਦਿੰਦਾ ਹੈ। ਤਾਂ ਇਸ ਲਈ ਸਾਨੂੰ ਆਪਣੇ ਗੁੱਸੇ ਤੇ ਕਾਬੂ ਕਰਨਾ ਚਾਹੀਦਾ ਹੈ। ਸਬਰ ਸੰਤੋਖ ਭਰਿਆ ਜੀਵਨ ਜਿਉਣਾ ਚਾਹੀਦਾ ਹੈ। ਅੱਗੇ ਦੇਖੋ ਪਾਠ ਅਭਿਆਸ ਨੇ। ਪਾਠ ਅਭਿਆਸ ਹੱਲ ਕਰਦੇ ਹਾਂ ਆਪਾਂ। ਪਹਿਲੇ ਨੇ ਬਹੁ ਵਿਕਲਪੀ ਪ੍ਰਸ਼ਨ, ਠੀਕ ਉੱਤਰ ਦੇ ਅੱਗੇ ਟਿਕ ਦਾ ਨਿਸ਼ਾਨ ਲਗਾਓ। ਹੁਣ ਦੇਖੋ ਮੈਂ ਐਰੋ ਮਾਰਕ ਪਾਏ ਆ, ਤੁਸੀਂ ਬੇਟਾ ਜਿਹੜੇ ਆਨਸਰ ਇਹਦੇ ਠੀਕ ਨੇ। ਮਿੰਨੀ ਦੀ ਉਮਰ ਕਿੰਨੀ ਹੈ? ਉੱਤਰ ਆਏਗਾ 5 ਸਾਲ। ਅੱਗੇ ਦੇਖੋ ਰਹਿਮਤ ਦੇ ਮੋਢਿਆਂ ਤੇ ਕੀ ਲਟਕਾਇਆ ਹੋਇਆ ਸੀ? ਰਹਿਮਤ ਨੇ ਮੋਢਿਆਂ ਤੇ ਮੇਵਿਆਂ ਦੀ ਬੋਰੀ ਲਟਕਾਈ ਹੋਈ ਸੀ। ਤੀਜਾ ਪ੍ਰਸ਼ਨ, ਕਾਬਲੀ ਵਾਲੇ ਨੂੰ ਆਪਣੇ ਦੇਸ਼ ਜਾਣ ਤੋਂ ਪਹਿਲਾਂ ਘਰ ਘਰ ਕਿਉਂ ਜਾਣਾ ਪੈਂਦਾ ਸੀ? ਉੱਤਰ ਆਏਗਾ ਪੈਸੇ ਉਗਰਾਉਣ ਲਈ, ਭਾਵ ਕਿ ਪੈਸੇ ਇਕੱਠੇ ਕਰਨ ਲਈ। ਅਗਲਾ ਪ੍ਰਸ਼ਨ ਹੈ ਬੱਚਿਓ, ਲੇਖਕ ਆਪਣੇ ਕਮਰੇ ਵਿੱਚ ਕੀ ਕਰ ਰਿਹਾ ਸੀ? ਤਾਂ ਉੱਤਰ ਆਏਗਾ ਹਿਸਾਬ ਲਿਖ ਰਿਹਾ ਸੀ। ਪੰਜਵਾਂ ਪ੍ਰਸ਼ਨ, ਰਹਿਮਤ ਕਿਸ ਦੀ ਯਾਦ ਵਿੱਚ ਗੁੰਮ ਹੋ ਗਿਆ? ਉੱਤਰ ਹੈ ਆਪਣੀ ਬੱਚੀ ਦੀ ਯਾਦ ਦੇ ਵਿੱਚ। ਹੁਣ ਨੇ ਬੱਚਿਓ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਤਾਂ ਊੜਾ ਭਾਗ ਹੈ, ਕਾਬਲੀ ਵਾਲੇ ਦਾ ਕੀ ਨਾਂ ਸੀ? ਆਪਾਂ ਨੂੰ ਕਹਾਣੀ ਤੋਂ ਪਤਾ ਲੱਗ ਹੀ ਚੁੱਕਿਆ ਹੈ ਕਿ ਕਾਬਲੀ ਵਾਲੇ ਦਾ ਨਾਮ ਰਹਿਮਤ ਸੀ। ਐੜਾ ਪ੍ਰਸ਼ਨ, ਮਿੰਨੀ ਦੇ ਮਨ ਵਿੱਚ ਕਿਹੜੀ ਗੱਲ ਘਰ ਕਰ ਗਈ ਸੀ? ਉੱਤਰ, ਮਿੰਨੀ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ਕਾਬਲੀ ਵਾਲੇ ਦੀ ਬੋਰੀ ਵਿੱਚ ਬੱਚੇ ਬੰਦ ਹੁੰਦੇ ਹਨ।
ईडी प्रश्न, मिन्नी दी माँ उसनू क्यों डांट रही सी? उत्तर, काबली वाले तो अठियानी लैन करके मिन्नी दी माँ उसनू डांट रही सी। अगला प्रश्न, कागज़ के टुकड़े ते किहो जही छाप सी? उत्तर, कागज़ के टुकड़े ते छोटे छोटे हत्थां दी छाप सी। हाहा प्रश्न, रहमत पुंजे क्यों बैठ गया? पुंजे भाव जमीन ते। उत्तर, मिन्नी नू वेख के रहमत ने सोचिया कि उसकी बेटी भी मिन्नी जिड्डी हो गई होवेगी अते पता नहीं इन्हां 8 सालां दे विच उस उपर की बीती होवेगी। ये सोच के रहमत पुंजे बैठ गया। हुण अगे संखेप उत्तरां वाले प्रश्न। ऊड़ा प्रश्न, शुरू विच मिन्नी काबली वाले तो क्यों डरदी सी? उत्तर, शुरू विच मिन्नी काबली वाले कोलों इस करके डरदी सी कि वो किते उसनू भी फड़ के ना लै जावे। उसनू लगदा सी कि काबली वाला बच्चे चुक के बोरी विच लै जांदा है। ऐड़ा प्रश्न, काबली वाला की काम करदा सी? तो उत्तर है, काबली वाला मेवे बेचण का काम करता सी। ईडी प्रश्न, काबली वाला मिन्नी नू क्यों मिलण आउंदा सी? उत्तर, रहमत काबली वाले दी धी भी मिन्नी दी उम्र दी ही सी जिसनू वो अपने देश छड्ड के आया सी। मिन्नी विचों अपनी धी नज़र आउण करके वो उसनू मिलण आया करदा सी। काबली वाला मिन्नी नू क्यों मिलण आउंदा सी? उत्तर है, रहमत काबली वाले दी धी मिन्नी दी उम्र दी ही सी जिसनू वो अपने देश छड्ड के आया सी। मिन्नी विचों अपनी धी नज़र आउण करके वो उसनू मिलण आया करदा सी। ਵਿਆਹ वाली पोशाक विच मिन्नी नू देख के रहमत ने की महसूस किया? उत्तर, ਵਿਆਹ वाली पोशाक विच मिन्नी नू देख के रहमत ने यह महसूस किया कि उसकी धी मिन्नी जिड्डी हो गई होवेगी। अगला प्रश्न है, पैसे दे के लेखक ने काबली वाले नू की कहा? लेखक ने काबली वाले नू पैसे दे के कहा कि वह भी अपनी बच्ची को अपने देश चलिया जावे। अगे ने बच्चों वाकां विच वरतो। ये वाक तुसी अपने आप भी बना सकते हो ते सेम भी लिख सकते हो। कोशिश करो इन्हां वाकां नू अपने आप बनाउण दी। पहला शब्द है अचानक। सोहन अचानक डिग पिया। धीमी, रोहन धीमी चाल नाल चल रहा है। धीमी मतलब हौली। अगला देखो, हौली हौली मनोज ने स्कूल का काम हौली हौली खत्म किया। अगला है झिझक। मनोज अपने दादा जी नाल गल करन तो झिझक रहा सी। लास्ट वाला है पोशाक। प्रीत दी पोशाक बहुत वधिया है। अगे है खाली थावां भरो। पहला है काबली वाला खाली थां चाल विच सड़क ते जा रहा सी तां इस खाली थां दे विच आएगा धीमी। धीमी चाल विच सड़क ते जा रहा सी। दूजा है डर नालों मेरियां खाली थां नाल चिंबड़ गई तां इत्थे आएगा लत्तां नाल चिंबड़ गई। तीजा है मिन्नी दी झोली खाली थां अते खाली थां नाल भरी हुई सी। इन्हां खाली थां दे विच पहली खाली थां च आएगा बदामा अते दूजी च आएगा किशमिश। चौथा, हर साल सर्दियां दे अंत विच डैश अपने देश चलिया जांदा। कौन जांदा सी बच्चों? काबली वाला। हर साल सर्दियां दे अंत विच काबली वाला अपने देश चलिया जांदा। पंजवां, मिन्नी दे जाण तो बाद एक हौका भर के खाली थां पुंजे बैठ गया। कौन पुंजे बैठा सी? रहमत।
ਅੱਗੇ ਦੇਖੋ ਬੱਚਿਓ, ਇੱਥੇ ਸਾਨੂੰ ਪੰਜਾਬੀ ਦੇ ਕੁਝ ਸ਼ਬਦ ਦਿੱਤੇ ਨੇ ਜਿਨ੍ਹਾਂ ਨੂੰ ਅਸੀਂ ਹਿੰਦੀ ਤੇ ਅੰਗਰੇਜ਼ੀ ਦੇ ਵਿੱਚ ਬਦਲਣਾ ਹੈ। ਪਹਿਲਾ ਹੈ ਖਿੜਕੀ, ਹਿੰਦੀ ਦੇ ਵਿੱਚ ਵੀ ਖਿੜਕੀ, ਅੰਗਰੇਜ਼ੀ 'ਚ ਕਹਾਂਗੇ ਵਿੰਡੋ, WINDOW। ਦੂਜਾ ਹੈ ਜਾਣ ਪਛਾਣ, ਹਿੰਦੀ 'ਚ ਕਹਾਂਗੇ ਜਾਣ ਪਹਿਚਾਨ, ਅੰਗਰੇਜ਼ੀ 'ਚ ਕਹਾਂਗੇ ਇਹਨੂੰ ਇੰਟਰੋਡਕਸ਼ਨ, INTRODUCTION। ਤੀਜਾ ਹੈ ਹਰ ਰੋਜ਼, ਹਿੰਦੀ 'ਚ ਕਹਾਂਗੇ ਇਸ ਨੂੰ ਪ੍ਰਤੀਦਿਨ ਤੇ ਅੰਗਰੇਜ਼ੀ 'ਚ ਕਹਾਂਗੇ ਡੇਲੀ, DAILY। ਅੱਗੇ ਦੇਖੋ ਟੁਕੜਾ, ਹਿੰਦੀ ਵਿੱਚ ਵੀ ਟੁਕੜਾ, ਅੰਗਰੇਜ਼ੀ 'ਚ ਕਹਾਂਗੇ ਪੀਸ, PIECE। ਅਗਲਾ ਸ਼ਬਦ ਹੈ ਚਿਹਰਾ, ਹਿੰਦੀ 'ਚ ਕਹਾਂਗੇ ਬੇਟਿਓ ਚਿਹਰਾ ਔਰ ਅੰਗਰੇਜ਼ੀ 'ਚ ਕਹਾਂਗੇ ਇਸ ਨੂੰ ਫੇਸ, FACE। ਨੈਕਸਟ ਕੁਐਸਚਨ ਹੈ ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ। ਸ਼ੁੱਧ ਕਰਨਾ ਭਾਵ ਕਿ ਠੀਕ ਕਰਕੇ ਲਿਖਣਾ। ਇਹ ਸ਼ਬਦ ਗਲਤ ਨੇ, ਇਹਦੇ ਵਿੱਚ ਮਿਸਟੇਕਸ ਨੇ, ਤੁਸੀਂ ਇਹਨਾਂ ਨੂੰ ਕਰੈਕਟ ਕਰਕੇ ਲਿਖਣਾ ਹੈ। ਦੇਖੋ ਬੱਚਿਓ, ਸਾਹਮਣੇ ਕਰੈਕਟ ਕਰਕੇ ਲਿਖਿਆ ਹੋਇਆ ਹੈ ਜ਼ਰੂਰੀ, ਜ਼ਰੂਰੀ ਨਹੀਂ, ਪੈਰ 'ਚ ਜੱਜੇ ਤੇ ਬਿੰਦੀ ਹੁੰਦੀ ਹੈ, ਜ਼ਰੂਰੀ। ਸੋਹਰਾ, ਸੋਹਰਾ ਨਹੀਂ, ਹਾਹੇ ਨੂੰ ਔਂਕੜ ਪੈਂਦੀ ਹੈ, ਸੱਸੇ ਤੇ ਘਨੋੜਾ ਨਹੀਂ ਹੁੰਦਾ। ਅੱਗੇ ਦੇਖੋ ਤੀਜਾ ਸ਼ਬਦ ਹੈ ਮਿਲਣ, ਮਿਲਣ ਸ਼ਬਦ ਨਹੀਂ ਹੈ, ਮਿਲਨ ਨਾ ਨਾਲ। ਅੱਗੇ ਚਿਹਰਾ, ਚਿਹਰਾ ਨਹੀਂ ਹੁੰਦਾ ਬੱਚਿਓ, ਚੱਚੇ ਨੂੰ ਸਿਆਰੀ ਹੁੰਦੀ ਹੈ, ਚਿਹਰਾ। ਅੱਗੇ ਦੇਖੋ ਕੁਝ, ਜੱਜਾ ਨਹੀਂ ਹੁੰਦਾ, ਝੱਜਾ ਲੱਗਦਾ ਹੈ, ਕੁਝ। ਨੈਕਸਟ ਹੈ ਸੌਦਾ, ਸੱਸੇ ਦੇ ਉੱਤੇ ਘਨੋੜਾ, ਸੌਦਾ। ਇਸ ਤਰ੍ਹਾਂ ਬੱਚਿਓ ਆਪਾਂ ਇਸ ਦੇ ਸਾਰੇ ਪਾਠ ਅਭਿਆਸ ਨੂੰ ਹੱਲ ਕੀਤਾ। ਹੁਣ ਤੁਸੀਂ ਇਹ ਜਿਹੜਾ ਪਾਠ ਅਭਿਆਸ ਆਪਾਂ ਹੱਲ ਕੀਤਾ ਹੈ ਆਪਣੀ ਆਪਣੀ ਕਾਪੀਆਂ ਤੇ ਕਰੋ ਤੇ ਆਪਣੇ ਅਧਿਆਪਕਾਂ ਤੋਂ ਚੈੱਕ ਕਰਵਾਓ। ਥੈਂਕ ਯੂ ਬੱਚਿਓ, ਧੰਨਵਾਦ।